ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਬੱਚਿਆਂ ਨੂੰ। ਅੱਜ ਆਪਾਂ ਜਮਾਤ 7ਵੀਂ ਦਾ ਪਾਠ ਨੰਬਰ 21 ਭਗਤ ਰਵਿਦਾਸ ਜੀਆਂ ਦੀ ਜੀਵਨੀ ਪੜਾਂਗੇ। ਇਹ 14ਵੀਂ ਸ਼ਤਾਬਦੀ ਤੋਂ ਲੈ ਕੇ ਜਿਹੜੇ 18ਵੀਂ ਸਦੀ ਦੇ ਵਿੱਚ ਬਹੁਤ ਸਾਰੇ ਭਗਤ ਕਵੀ ਪੈਦਾ ਹੋਏ ਹਨ, ਜਿਨ੍ਹਾਂ ਨੇ ਸਮਾਜ ਵਿੱਚ ਸਥਾਪਿਤ ਰੂੜੀਆਂ ਨੂੰ, ਪੁਰਾਣੇ ਵਿਚਾਰਾਂ ਨੂੰ ਤੋੜਨ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਹੈ। ਜਿਨ੍ਹਾਂ ਵਿੱਚੋਂ ਇੱਕ ਜਿਹੜੇ ਹਨ ਉਹ ਹਨ ਭਗਤ ਰਵਿਦਾਸ ਜੀ, ਜਿਨ੍ਹਾਂ ਨੂੰ ਸੰਤ ਰਵਿਦਾਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਹਾਲਾਂਕਿ ਇਹਨਾਂ ਦੀ ਜਨਮ ਤਰੀਕ, ਮਾਤਾ ਪਿਤਾ ਦੇ ਨਾਂ ਨੂੰ ਲੈ ਕੇ ਬਹੁਤ ਸਾਰੇ ਮਤਭੇਦ ਹਨ ਲੇਖਕਾਂ ਦੇ ਵਿੱਚ, ਪਰੰਤੂ ਫਿਰ ਵੀ ਅਸੀਂ ਜਿਹੜੇ ਇਸ ਪਾਠ ਦੇ ਅਨੁਸਾਰ ਸ਼ਾਮਿਲ ਕੀਤੇ ਗਏ ਨਾਂ ਮਾਤਾ ਪਿਤਾ ਦੇ ਜਨਮ ਤਰੀਕ ਨੂੰ ਅਸੀਂ ਪੜਾਂਗੇ। ਤੇ ਮੇਨ ਗੱਲ ਇਹ ਹੈ ਕਿ ਸਾਨੂੰ ਇਹਨਾਂ ਦੇ ਜੀਵਨ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਕਿਸ ਪ੍ਰਕਾਰ ਇੱਕ ਵਿਅਕਤੀ, ਜੇਕਰ ਉਹ ਗਰੀਬ ਵੀ ਹੈ ਤਾਂ ਵੀ ਕਿਸ ਪ੍ਰਕਾਰ ਇੱਕ ਬਹੁਤ ਹੀ ਲੋਕਾਂ ਦੇ ਦਿਲਾਂ ਵਿੱਚ ਉੱਚ ਸਥਾਨ ਨੂੰ ਪ੍ਰਾਪਤ ਕਰ ਸਕਦਾ ਹੈ। ਇਹ ਸਾਡੀ ਧਰਤੀ ਜਿਹੜੀ ਪੰਜਾਬ ਦੀ, ਹਰਿਆਣੇ ਦੀ, ਭਾਰਤ ਦੀ ਧਰਤੀ ਹੈ, ਇੱਕ ਅਜਿਹੀ ਧਰਤੀ ਹੈ ਜਿੱਥੇ ਰਾਜੇ ਮਹਾਰਾਜਿਆਂ ਨੂੰ ਤਾਂ ਘੱਟ ਬਲਕਿ ਫਕੀਰਾਂ ਨੂੰ ਜ਼ਿਆਦਾ ਉੱਚਾ ਸਥਾਨ ਦਿੱਤਾ ਜਾਂਦਾ ਹੈ। ਲੋਕਾਂ ਦੇ ਦਿਲਾਂ ਵਿੱਚ ਰਾਜੇ ਮਹਾਰਾਜਿਆਂ ਲਈ ਉਨੀ ਇੱਜ਼ਤ ਮਾਨ ਸ਼ਾਇਦ ਨਾ ਹੋਵੇ ਜਿੰਨਾ ਕਿ ਭਗਤਾਂ ਦੇ ਲਈ, ਸੰਤਾਂ ਦੇ ਲਈ ਤੇ ਸਮਾਜ ਸੁਧਾਰਕਾਂ ਦੇ ਲਈ ਹੈ। ਤਾਂ ਆਓ ਪੜ੍ਹਦੇ ਹਾਂ ਭਗਤ ਰਵਿਦਾਸ ਜੀਆਂ ਦੀ ਜੀਵਨੀ। ਭਾਰਤ ਵਿੱਚ 14ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਅਨੇਕ ਭਗਤ ਕਵੀ ਪੈਦਾ ਹੋਏ ਹਨ। ਭਾਰਤ ਦੇ ਇਹਨਾਂ ਭਗਤਾਂ ਵਿੱਚ ਭਗਤ ਰਵਿਦਾਸ ਜੀ ਦਾ ਵਿਸ਼ੇਸ਼ ਸਥਾਨ ਹੈ। ਇਹਨਾਂ ਦਾ ਜਨਮ ਜਿਹੜਾ ਹੈ 1376 ਤੋਂ 1399 ਦੇ ਵਿਚਕਾਰ ਹੋਇਆ ਮੰਨਿਆ ਜਾਂਦਾ ਹੈ। ਇਹ ਗੱਲ ਦੇਖੋ ਇੱਥੇ ਕਲੀਅਰ ਹੋ ਗਈ ਕਿ ਮੰਨਿਆ ਜਾਂਦਾ ਹੈ ਵੀ ਇਹਨਾਂ ਦਾ ਜਨਮ 1376 ਤੋਂ ਲੈ ਕੇ 1399 ਈਸਵੀ ਦੇ ਵਿੱਚ ਹੋਇਆ। ਮਤਲਬ ਇੱਕ ਪੁਖਤਾ ਸਬੂਤ ਨਹੀਂ ਹੈ ਕਿ ਕਿਹੜੀ ਮਿਤੀ ਨੂੰ ਪੈਦਾ ਹੋਏ। ਹਾਂ, ਲੇਕਿਨ ਇਹਨਾਂ ਦੇ ਮਾਤਾ ਪਿਤਾ ਦੇ ਨਾਂ ਬਾਰੇ ਵੀ ਥੋੜ੍ਹੇ ਬਹੁਤ ਮਤਭੇਦ ਹਨ, ਜਿਵੇਂ ਕਿ ਫਿਰ ਵੀ ਸਾਡੇ ਜਿਹੜੇ ਕੁਝ ਇਤਿਹਾਸਿਕ ਸਰੋਤ ਨੇ ਉਹ ਦੱਸਦੇ ਹਨ ਕਿ ਇਹਨਾਂ ਦੇ ਪਿਤਾ ਦਾ ਨਾਂ ਰਘੁਦਾਸ ਜੀ ਤੇ ਰਘੂ ਜੀ ਅਤੇ ਮਾਤਾ ਜੀ ਦਾ ਨਾਂ ਕਰਮਾ ਦੇਵੀ ਸੀ। ਮਾਂ ਦਾ ਨਾਂ ਕਰਮਾ ਦੇਵੀ, ਪਿਤਾ ਦਾ ਨਾਂ ਰਘੂ ਜੀ, ਤੇ ਜਨਮ 1376 ਤੋਂ ਲੈ ਕੇ 1399। ਆਓ ਅੱਗੇ ਵਧਦੇ ਹਾਂ। ਭਗਤ ਰਵਿਦਾਸ ਜੀ ਬਚਪਨ ਤੋਂ ਹੀ ਪਰਉਪਕਾਰੀ ਦਾ ਅਰਥ ਹੁੰਦਾ ਹੈ ਦੂਜਿਆਂ ਦਾ ਭਲਾ ਕਰਨ ਵਾਲਾ। ਪਰਉਪਕਾਰੀ ਦਾ ਕੀ ਅਰਥ ਹੈ? ਦੂਜਿਆਂ ਦਾ ਭਲਾ ਕਰਨ ਵਾਲਾ, ਭਗਤੀ ਭਾਵਨਾ ਵਾਲੇ ਸਨ। ਆਪ ਹਮੇਸ਼ਾ ਗਰੀਬਾਂ ਤੇ ਸਾਧੂ ਸੰਤਾਂ ਦੀ ਸੇਵਾ ਵਿੱਚ ਲੀਨ ਰਹਿੰਦੇ ਸਨ। ਆਪ ਜੀ ਨੂੰ ਜੋ ਕੁਝ ਵੀ ਘਰੋਂ ਮਿਲਦਾ ਸੀ ਗਰੀਬਾਂ ਵਿੱਚ ਵੰਡ ਦਿੰਦੇ ਸਨ, ਤੇ ਆਪ ਜੀ ਦਾ ਧਿਆਨ ਘਰ ਵੱਲ ਤੇ ਪਰਿਵਾਰ ਵੱਲ ਮੋੜਨ ਲਈ ਹੀ ਆਪ ਜੀ ਦੀ ਛੋਟੀ ਉਮਰ ਵਿੱਚ ਸ਼ਾਦੀ ਕਰ ਦਿੱਤੀ ਗਈ ਅਤੇ ਘਰੋਂ ਵੱਖਰਾ ਕਰ ਦਿੱਤਾ ਗਿਆ। ਆਪ ਕੱਖਾਂ ਦੀ ਕੁੱਲੀ ਪਾ ਕੇ, ਕੱਖਾਂ ਦੀ ਕੁੱਲੀ ਮਤਲਬ ਘਾਹ ਫੂਸ ਦੀ ਕੁੱਲੀ ਮਤਲਬ ਝੌਂਪੜੀ ਪਾ ਕੇ ਅਲੱਗ ਹੀ ਰਹਿਣ ਲੱਗੇ। ਜਿਸ ਸਮੇਂ ਰਵਿਦਾਸ ਜੀ ਦਾ ਜਨਮ ਹੋਇਆ ਉਸ ਸਮੇਂ ਸਾਡਾ ਸਮਾਜ ਜਾਤ ਪਾਤ ਵਿੱਚ ਵੰਡਿਆ ਹੋਇਆ ਸੀ। ਛੋਟੀ ਜਾਤ ਦੇ ਨਾਲ ਥਾਂ ਥਾਂ ਤੇ ਵਿਤਕਰਾ ਮਤਲਬ ਭੇਦਭਾਵ ਕੀਤਾ ਜਾਂਦਾ ਸੀ। ਸ਼ੂਦਰ ਲੋਕ ਮਤਲਬ ਜਿਨ੍ਹਾਂ ਨੂੰ ਛੋਟੀ ਜਾਤ ਦੇ ਲੋਕ ਕਿਹਾ ਜਾਂਦਾ ਸੀ, ਉਹ ਸ਼ੂਦਰ ਲੋਕ ਰੱਬ ਦਾ ਨਾਂ ਵੀ ਨਹੀਂ ਲੈ ਸਕਦੇ ਸਨ। ਦੇਖੋ ਸਾਡਾ ਸਮਾਜ ਕਿੰਨੇ ਰੂੜੀਆਂ ਦੇ ਵਿੱਚ ਫਸਿਆ ਹੋਇਆ ਸੀ ਕਿ ਇੱਕ ਆਦਮੀ ਨੂੰ ਸਿਰਫ ਇਸ ਲਈ ਕਿ ਸਮਾਜ ਨੇ ਉਸ ਤੇ ਠੱਪਾ ਲਗਾ ਦਿੱਤਾ ਕਿ ਉਹ ਛੋਟੀ ਜਾਤ ਦਾ ਹੈ ਜਾਂ ਸ਼ੂਦਰ ਹੈ ਤੇ ਉਹ ਰੱਬ ਦਾ ਨਾਂ ਵੀ ਨਹੀਂ ਲੈ ਸਕਦਾ, ਜਦੋਂ ਕਿ ਰੱਬ ਦਾ ਨਾਂ ਤਾਂ ਦਿਲ ਤੋਂ ਲਿਆ ਜਾਂਦਾ ਹੈ ਤੇ ਕੋਈ ਵੀ ਵਿਅਕਤੀ ਰੱਬ ਦਾ ਨਾਂ ਲੈ ਸਕਦਾ ਹੈ। ਜੇਕਰ ਕੋਈ ਸ਼ੂਦਰ ਰੱਬ ਦਾ ਨਾਂ ਲੈ ਲੈਂਦਾ ਸੀ ਤਾਂ ਉਸਦੀ ਜੀਭ ਕੱਟ ਦਿੱਤੀ ਜਾਂਦੀ ਸੀ, ਉਸਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ। ਸਿੱਕਾ ਇੱਥੇ ਕੀ ਹੈ? ਲੈਡ ਧਾਤੂ ਹੈ। ਤੁਸੀਂ ਵੇਖਿਆ ਹੋਗਾ ਜਸਤਾ ਜਿਹੜੀ ਧਾਤੂ ਹੈ ਲੋਹੇ ਤੋਂ ਮਜ਼ਬੂਤ ਹੁੰਦੀ ਹੈ ਤੇ ਜੰਗ ਨਹੀਂ ਲੱਗਦਾ। ਅੱਜ ਕੱਲ੍ਹ ਉਸ ਤੇ ਪਾਈਪ ਵੀ ਬਣਾਏ ਜਾਂਦੇ ਹਨ। ਉਹ ਸਿੱਕਾ ਧਾਤੂ ਜਿਹੜੀ ਹੈ ਢਾਲ ਕੇ ਮਤਲਬ ਮੈਲਟ ਕਰਕੇ ਕੰਨ ਦੇ ਵਿੱਚ ਪਾ ਦਿੱਤੀ ਜਾਂਦੀ ਸੀ ਤਾਂ ਕਿ ਉਸਨੂੰ ਰੱਬ ਦਾ ਨਾਂ ਸੁਣੇ ਵੀ ਨਾ। ਸ਼ਾਇਦ ਸਾਡਾ ਸਮਾਜ ਭੁੱਲ ਚੁੱਕਾ ਸੀ ਕਿ ਰੱਬ ਦਾ ਨਾਂ ਦਿਲ ਤੇ ਲਿਖਿਆ ਹੁੰਦਾ ਹੈ, ਨਾ ਕਿ ਕੰਨਾਂ ਤੇ ਜਾਂ ਜ਼ਬਾਨ ਤੇ। ਭਗਤ ਰਵਿਦਾਸ ਜੀ ਨੇ ਉਹਨਾਂ ਸ਼ਕਤੀਆਂ ਦਾ ਜ਼ੋਰਦਾਰ ਖੰਡਨ ਕੀਤਾ ਜਿਹੜੀਆਂ ਮਨੁੱਖ ਨੂੰ ਜਾਤ ਪਾਤ ਵਿੱਚ ਵੰਡਦੀਆਂ ਸਨ, ਤੇ ਉਹਨਾਂ ਨੇ ਫੋਕਟ ਕਰਮ ਕਾਂਡਾਂ ਦੀ ਵੀ ਜ਼ੋਰਦਾਰ ਨਿੰਦਿਆ ਕੀਤੀ। ਇੱਥੇ ਫੋਕਟ ਮਤਲਬ ਹੁੰਦਾ ਝੂਠੇ ਕਰਮਕਾਂਡ, ਉਹਨਾਂ ਦੀ ਨਿੰਦਿਆ ਕੀਤੀ। ਨਿੰਦਿਆ ਕਰਨਾ ਮਤਲਬ ਆਲੋਚਨਾ ਕਰਨਾ ਕਿ ਜਿਹੜੇ ਫੋਕੇ ਦੇ ਕਰਮਕਾਂਡ ਨੇ ਕਿ ਸਾਨੂੰ ਇਹ ਵੀ ਕਰਨਾ ਚਾਹੀਦਾ ਹੈ, ਸਾਨੂੰ ਸਮਾਜ ਦੇ ਅਨੁਸਾਰ, ਰੀਤੀ ਰਿਵਾਜ ਦੇ ਅਨੁਸਾਰ, ਧਰਮ ਦੇ ਅਨੁਸਾਰ ਇਹ ਵੀ ਕਰਨਾ ਚਾਹੀਦਾ ਹੈ। ਉਹਨਾਂ ਦੀ ਨਿੰਦਿਆ ਕੀਤੀ, ਉਹਨਾਂ ਦੀ ਆਲੋਚਨਾ ਕੀਤੀ, ਕਿਉਂਕਿ ਅਜਿਹੇ ਫੋਕਟ ਦੇ ਜਿਹੜੇ ਕਰਮਕਾਂਡ ਨੇ ਇਹ ਮਨੁੱਖ ਨੂੰ ਮਨੁੱਖ ਤੋਂ ਦੂਰ ਲੈ ਜਾਂਦੇ ਨੇ, ਇਹੀ ਵਿਤਕਰਾ ਪਾਉਂਦੇ ਨੇ। ਭਗਤ ਰਵਿਦਾਸ ਜੀ ਨੇ ਪੂਰਨ ਸੰਤਾਂ ਦੀ ਰੀਤ ਨਿਭਾਉਂਦੇ ਹੋਏ
ਮਤਲਬ ਜਿਹੜੇ ਸੱਚੇ ਸੰਤ ਨੇ ਉਹਨਾਂ ਦੀ ਰੀਤ ਨਿਭਾਉਂਦੇ ਹੋਏ ਹੱਕ ਹਲਾਲ ਦੀ ਕਮਾਈ ਨਾਲ ਗੁਜ਼ਾਰਾ ਕੀਤਾ। ਹੱਕ ਹਲਾਲ ਦੀ ਕਮਾਈ ਮਤਲਬ ਬਹੁਤ ਮਿਹਨਤ ਦੀ ਕਮਾਈ। ਉਹਨਾਂ ਦੀ ਕਮਾਈ ਜਾਂ ਆਮਦਨ ਬਹੁਤ ਘੱਟ ਸੀ, ਫਿਰ ਵੀ ਸਬਰ ਸੰਤੋਖ ਨਾਲ ਆਪਣੀ ਗੁਜ਼ਰ ਕਰਦੇ ਸਨ। ਗੁਜ਼ਰ ਮਤਲਬ ਆਪਣਾ ਗੁਜ਼ਾਰਾ ਕਰਦੇ ਸਨ, ਉਹ ਵੀ ਸੈਟਿਸਫੈਕਸ਼ਨ ਦੇ ਨਾਲ। ਘੱਟ ਆਮਦਨ ਦੇ ਕਾਰਨ ਕਈ ਵਾਰ ਲੋਕ ਉਹਨਾਂ ਦੀ ਗਰੀਬੀ ਦਾ ਮਜ਼ਾਕ ਉਡਾਉਂਦੇ ਸਨ। ਇਸ ਨਾਲ ਵੀ ਭਗਤ ਰਵਿਦਾਸ ਦੀ ਪ੍ਰਭੂ ਭਗਤੀ ਤੇ ਉਦਾਰਤਾ ਮਤਲਬ ਸਭ ਦੇ ਨਾਲ ਦਿਆਲੂਤਾ, ਸਭ ਦੇ ਨਾਲ ਨਰਮ ਰਹਿਣ ਦਾ ਜਿਹੜਾ ਵਿਚਾਰ ਹੈ ਉਹਨੂੰ ਉਦਾਰਤਾ ਕਿਹਾ ਜਾਂਦਾ ਹੈ, ਉਸ ਤੇ ਕੋਈ ਅਸਰ ਨਹੀਂ ਪਿਆ। ਆਪ ਗਰੀਬੀ ਵਿੱਚ ਵੀ ਖੁਸ਼ੀ ਤੇ ਲਗਨ ਦੇ ਨਾਲ ਪ੍ਰਭੂ ਭਗਤੀ ਦੇ ਮਾਰਗ ਉੱਤੇ ਚੱਲਦੇ ਰਹੇ। ਦੇਖੋ ਕਿੰਨੀ ਮਤਲਬ ਵਧੀਆ ਗੱਲ ਹੈ ਕਿ ਲੋਕਾਂ ਦੀ ਪਰਵਾਹ ਨਾ ਕਰਦੇ ਹੋਏ ਪ੍ਰਭੂ ਭਗਤੀ ਵਿੱਚ ਲੀਨ ਰਹਿਣਾ ਤੇ ਜੋ ਕੁਝ ਵੀ ਸਾਡੇ ਕੋਲ ਹੈ ਉਹ ਉਸਦੇ ਵਿੱਚ ਸੈਟਿਸਫਾਈਡ ਰਹਿਣਾ। ਕਿਉਂਕਿ ਕੋਈ ਵੀ ਚੀਜ਼ ਜਿਹੜੀ ਹੈ ਉਹ ਪੈਸੇ ਨਾਲ ਭਾਵੇਂ ਖਰੀਦੀ ਜਾ ਸਕੇ, ਪਰ ਸੈਟਿਸਫੈਕਸ਼ਨ ਕਦੇ ਵੀ ਪੈਸਿਆਂ ਦੇ ਨਾਲ ਨਹੀਂ ਖਰੀਦਿਆ ਜਾ ਸਕਦਾ। ਔਰ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਦੁਨੀਆ 'ਚ ਉਹ ਸੈਟਿਸਫੈਕਸ਼ਨ ਹੈ, ਸੰਤੋਖ ਹੈ। ਉਸ ਤੋਂ ਬਾਅਦ ਹੈ ਆਪ ਜੀਆਂ ਦਾ ਕਥਨ ਹੈ, दारिदू देख सबको हंसे ऐसी दशा हमारी। ਭਗਤ ਰਵਿਦਾਸ ਜੀ ਦਾ ਮੰਨਣਾ ਸੀ ਕਿ ਸੰਸਾਰ ਇੱਕ ਹੈ। ਉਸ ਪਰਮਾਤਮਾ ਨੇ ਇਸ ਦੀ ਸਿਰਜਣਾ ਕਰਦੇ ਸਮੇਂ ਕੋਈ ਭੇਦਭਾਵ ਨਹੀਂ ਕੀਤਾ, ਕੋਈ ਜਾਤ ਪਾਤ ਦੀ ਵੰਡ ਨਹੀਂ ਪਾਈ। ਜਦੋਂ ਇਸ ਸਾਰੇ ਸੰਸਾਰ ਦੀ ਸਾਜਨਾ ਕਰਨ ਵਾਲਾ ਮਤਲਬ ਸੰਸਾਰ ਨੂੰ ਬਣਾਉਣ ਵਾਲਾ, ਰਚਣ ਵਾਲਾ ਇੱਕ ਹੈ, ਫਿਰ ਉਹ ਇੱਕ ਜਾਤ ਪਾਤ, ਛੂਤ ਪਿੱਟ, ਰੰਗ ਨਸਲ, ਉੱਚੇ ਨੀਵੇਂ ਦੀ ਸਭ ਹੱਦਾਂ ਜਿਹੜੀਆਂ ਨੇ ਵਿਅਰਥ ਨੇ, ਬੇਅਰਥ ਹਨ। ਇਸ ਤਰ੍ਹਾਂ ਆਪ ਜੀ ਦੀ ਨਜ਼ਰ ਵਿੱਚ ਬ੍ਰਾਹਮਣ ਸ਼ੂਦਰ ਸਭ ਬਰਾਬਰ ਹਨ ਤੇ ਇਹੀ ਸਾਡੇ ਸਮਾਜ ਦਾ ਨਿਯਮ ਹੋਣਾ ਚਾਹੀਦਾ ਹੈ। ਭਗਤ ਰਵਿਦਾਸ ਜੀ ਕਬੀਰ ਜੀ ਦੇ ਸਮਕਾਲੀ ਸਨ। ਇਸ ਦਾ ਮਤਲਬ ਕੀ ਹੈ? ਸਮਕਾਲੀ ਮਤਲਬ ਲਗਭਗ ਜੇ ਸੇਮ ਸਮੇਂ ਦੇ, ਇੱਕੋ ਸਮੇਂ ਦੇ, ਤੇ ਰਾਮਾਨੰਦ ਜੀ ਦੇ ਸਿੱਸ਼ੇ ਸਨ। ਭਗਤ ਰਵਿਦਾਸ ਜੀ ਵੀ ਤੇ ਕਬੀਰ ਜੀ ਵੀ ਇਹ ਰਾਮਾਨੰਦ ਦੇ ਸਿੱਸ਼ੇ ਸਨ। ਗੁਰੂ ਨਾਨਕ ਦੇਵ ਜੀ ਨਾਲ ਆਪ ਜੀ ਦਾ ਮਿਲਾਪ ਗੁਰੂ ਜੀ ਦੀ ਪੂਰਵ ਯਾਤਰਾ ਸਮੇਂ ਹੋਇਆ। ਜਿਸ ਸਮੇਂ ਗੁਰੂ ਨਾਨਕ ਦੇਵ ਜੀ ਪੂਰਵ ਦੀ ਯਾਤਰਾ ਯਾਨੀ ਕਿ ਅਸਾਮ ਦੀ ਇੱਧਰਲੀ ਸਾਈਡ ਦੀ ਯਾਤਰਾ ਤੇ ਗਏ ਹੋਏ ਸਨ, ਉਦੋਂ ਭਗਤ ਰਵਿਦਾਸ ਜੀਆਂ ਦਾ ਜਿਹੜਾ ਮਿਲਨ ਹੈ ਉਹ ਗੁਰੂ ਨਾਨਕ ਦੇਵ ਜੀ ਨਾਲ ਹੋਇਆ। ਕੁਝ ਵਿਦਵਾਨਾਂ ਦਾ ਮਤ ਹੈ ਕਿ ਗੁਰੂ ਰਵਿਦਾਸ ਜੀ ਦੀ ਗੁਰੂ ਜੀ ਦੇ ਨਾਲ ਭੇਟ ਅਯੋਧਿਆ ਵਿੱਚ ਹੋਈ ਤੇ ਕੁਝ ਦਾ ਕਹਿਣਾ ਹੈ ਕਿ ਕਾਸ਼ੀ ਦੇ ਵਿੱਚ ਹੋਈ। ਭਗਤ ਰਵਿਦਾਸ ਜੀ ਦੀ ਮਹਿਮਾ ਵਿੱਚ ਕਬੀਰ ਜੀ ਲਿਖਦੇ ਹਨ, ਸੰਤਨ ਮੇਂ ਰਵਿਦਾਸ ਸੰਤ ਹੈ। ਮਤਲਬ ਜਿੰਨੇ ਵੀ ਸੰਤ ਹੋਏ ਹਨ ਉਹਨਾਂ ਵਿੱਚ ਬਹੁਤ ਵੱਡੇ ਸਥਾਨ ਤੇ ਸੰਤ ਰਵਿਦਾਸ ਹਨ। ਉਸ ਤੋਂ ਬਾਅਦ ਹੈ ਭਗਤ ਰਵਿਦਾਸ ਜੀ ਦੀ ਬਾਣੀ ਮਾਨਵਤਾਵਾਦੀ ਮਤਲਬ ਮਾਨਵਤਾ ਦੇ ਉੱਪਰ ਜ਼ੋਰ ਦੇਣ ਵਾਲੀ, ਪ੍ਰਭੂ ਪਿਆਰ ਤੇ ਨਿਮਰਤਾ ਨਾਲ ਭਰਪੂਰ ਹੈ। ਇਸ ਦੀ ਮਹਾਨਤਾ ਨੂੰ ਦੇਖਦਿਆਂ ਹੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ 40 ਸ਼ਬਦ, ਇੱਥੇ ਸ਼ਬਦ ਦਾ ਮਤਲਬ ਸਮਝਦੇ ਹੋ? ਭਜਨ। ਸ਼ਬਦ ਦਾ ਅਰਥ ਹੈ ਭਜਨ। 40 ਸ਼ਬਦ ਸ਼ਾਮਲ ਕੀਤੇ ਜੋ ਕਿ 16 ਰਾਗਾਂ ਵਿੱਚ ਹਨ। ਇਹ ਬਹੁਤ ਗਹਿਰੇ ਕੁਐਸਚਨ ਹਨ ਤੇ ਇਹ ਵੀ ਯਾਦ ਰੱਖਣਾ ਹਮੇਸ਼ਾ ਕਿ ਅੱਗੇ ਜਿਹੜੇ ਕੰਪੀਟੀਸ਼ਨਸ ਹੋਣਗੇ ਪੰਜਾਬੀ ਦੇ ਰਿਲੇਟਡ ਉੱਥੇ ਚੀਜ਼ ਆਉਂਦੀ ਹੈ ਕਿ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਰਵਿਦਾਸ ਜੀ ਦੇ ਕਿੰਨੇ ਸ਼ਬਦ ਹਨ ਤੇ ਕਿੰਨੇ ਰਾਗਾਂ ਵਿੱਚ ਹਨ। ਭਗਤ ਰਵਿਦਾਸ ਪਰਮਾਤਮਾ ਦੇ ਨਿਰਗੁਣ ਰੂਪ ਨੂੰ ਮੰਨਦੇ ਹਨ, ਯਾਨੀ ਕਿ ਪਰਮਾਤਮਾ ਦੇ ਅਜਿਹੇ ਰੂਪ ਨੂੰ ਜਿਸ ਦਾ ਕੋਈ ਆਕਾਰ ਵੀ ਨਹੀਂ ਹੈ। ਆਪ ਜੀ ਨੇ ਫਰਮਾਇਆ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਕੇਵਲ ਨਾਮ ਸਿਮਰਨ ਰਾਹੀਂ ਹੋ ਜਾਂਦੀ ਹੈ, ਕਿ ਜੇ ਸੱਚੇ ਦਿਲੋਂ ਅਸੀਂ ਪਰਮਾਤਮਾ ਦਾ ਨਾਮ ਦਾ ਜਾਪ ਕਰ ਰਹੇ ਹਾਂ ਤਾਂ ਸਾਨੂੰ ਪਰਮਾਤਮਾ ਦੀ ਜਿਹੜੀ ਪ੍ਰਾਪਤੀ ਹੈ ਉਹ ਹੋ ਜਾਂਦੀ ਹੈ। ਜੀਵ ਆਤਮਾ ਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ, ਯਾਨੀ ਕਿ ਜਿਹੜਾ ਸਾਡੇ ਅੰਦਰ ਆਤਮਾ ਹੈ ਤੇ ਸਾਡੇ ਜਿਹੜੇ ਪਰਮਾਤਮਾ ਨੂੰ ਅਸੀਂ ਮੰਨਦੇ ਹਾਂ ਉਹਨਾਂ ਵਿੱਚ ਕੋਈ ਭੇਦ ਨਹੀਂ। ਇਸ ਦਾ ਮਤਲਬ ਇਹ ਹੈ ਕਿ ਹਰ ਮਨੁੱਖ ਦੇ ਅੰਦਰ ਜਿਹੜੀ ਆਤਮਾ ਹੈ ਉਹ ਆਪਣੇ ਆਪ ਵਿੱਚ ਇੱਕ ਪਰਮਾਤਮਾ ਹੈ। ਇਸ ਲਈ ਮਾਨਵਤਾ ਦੀ ਸੇਵਾ ਕਰਨ ਦਾ ਅਰਥ ਹੈ ਪਰਮਾਤਮਾ ਦੀ ਸੇਵਾ ਕਰਨਾ। ਜਿਵੇਂ ਬਾਣੀ ਵਿੱਚ ਕਹਿੰਦੇ ਹਨ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਮਤਲਬ ਤੇਰੇ ਵਿੱਚ ਤੇ ਮੇਰੇ ਵਿੱਚ, ਮੇਰੇ ਵਿੱਚ ਤੇ ਤੇਰੇ ਵਿੱਚ ਕੋਈ ਅੰਤਰ ਨਹੀਂ। ਅੰਤਰ ਕੈਸਾ ਹੈ? ਕਣਕ ਕਟਿਲ ਜਲ ਤਰੰਗ ਜੈਸਾ, ਮਤਲਬ ਖਾਸ ਵੱਡਾ ਅੰਤਰ ਨਹੀਂ ਹੈ। ਜਿਸ ਤਰ੍ਹਾਂ ਸ਼ਬਦ ਹਨ ਕਣਕ ਕਟਿਲ ਜਾਂ ਜਲ ਤਰੰਗ, ਬਸ ਇੰਨਾ ਹੀ ਅੰਤਰ ਹੈ, ਇਹਨਾਂ ਵਿੱਚ ਕੋਈ ਫਰਕ ਨਹੀਂ ਹੈ। ਸਿਰਫ ਸ਼ਬਦਾਂ ਦਾ ਹੀ ਫਰਕ ਹੈ, ਹੇਰ ਫੇਰ ਹੈ, ਅਰਥਾਂ ਵਿੱਚ ਕੋਈ ਅੰਤਰ ਨਹੀਂ ਹੈ।
ਦੂਸਰੇ ਸੰਤ ਭਗਤਾਂ ਵਾਂਗ ਸੰਤ ਭਗਤ ਰਵਿਦਾਸ ਜੀ ਨੇ ਮਨੁੱਖੀ ਜਨਮ ਦੀ ਬੇਹੱਦ ਮਹਿਮਾ ਕੀਤੀ ਹੈ, ਬਹੁਤ ਪ੍ਰਸ਼ੰਸਾ ਕੀਤੀ ਹੈ। ਆਪ ਜੀ ਦਾ ਕਥਨ ਹੈ ਕਿ ਮਨੁੱਖੀ ਜਨਮ ਦੁਰਲਭ ਹੈ, ਬਹੁਤ ਮੁਸ਼ਕਿਲ ਨਾਲ ਮਿਲਦਾ ਹੈ। ਅਨੇਕ ਜਨਮਾਂ ਦੇ ਸ਼ੁਭ ਕਰਮਾਂ ਸਦਕੇ ਹੀ ਇੱਕ ਵਿਅਕਤੀ ਨੂੰ ਮਨੁੱਖ ਜਨਮ ਮਿਲਦਾ ਹੈ ਤੇ ਮਨੁੱਖੀ ਦੇਹੀ ਪਾ ਕੇ ਮੋਹ ਮਾਇਆ ਵਸ, ਯਾਨੀ ਕਿਸੇ ਲਾਲਚ, ਪੈਸਾ ਇਹਨਾਂ ਦੇ ਵਸ ਵਿੱਚ ਆ ਕੇ ਪਰਮੇਸ਼ਵਰ ਪ੍ਰਾਪਤ ਸੱਚੇ ਮਾਰਗ ਤੋਂ ਦੂਰ ਚਲੇ ਜਾਂਦੇ ਹਾਂ ਤੇ ਆਪਣੇ ਇਸ ਜਨਮ ਨੂੰ ਭੰਗ ਦੇ ਪਹਾੜੇ ਗਵਾ ਬੈਠਦੇ ਹਾਂ। ਇਸ ਜਿਹੜਾ ਸਾਡੀ ਲਾਲਚ ਸਾਡੇ ਅੰਦਰ ਵਸਿਆ ਹੋਇਆ ਹੈ, ਇਹਦੇ ਚੱਕਰ ਵਿੱਚ ਅਸੀਂ ਆਪਣਾ ਜਨਮ ਵਿਅਰਥ ਕਰ ਦਿੰਦੇ ਹਾਂ। ਰਵਿਦਾਸ ਜੀ ਸਖਤ ਸ਼ਬਦਾਂ ਵਿੱਚ ਕਹਿੰਦੇ ਹਨ, ਪ੍ਰਭੂ ਭਗਤੀ ਦੇ ਗੁਣਾਂ ਤੋਂ ਖਾਲੀ ਬ੍ਰਾਹਮਣ ਦੀ ਥਾਂ ਪ੍ਰਭੂ ਭਗਤੀ ਦੇ ਰੰਗ ਵਿੱਚ ਰੰਗੇ ਚੰਡਾਲ ਦੀ ਪੂਜਾ ਕਰਨੀ ਬਿਹਤਰ ਹੈ। ਦੇਖੋ ਕਿੰਨੀ ਗਹਿਰੀ ਹੈ ਕਿ ਜੋ ਵਿਅਕਤੀ ਪ੍ਰਭੂ ਭਗਤੀ ਕਰ ਰਿਹਾ ਹੈ, ਚਾਹੇ ਉਹ ਕੁਛ ਵੀ ਹੋਵੇ, ਕਿਸੇ ਵੀ ਜਾਤ ਦਾ ਹੋਵੇ, ਭਾਵੇਂ ਚੰਡਾਲ ਹੀ ਕਿਉਂ ਨਾ ਹੋਵੇ, ਉਸ ਦੀ ਪੂਜਾ ਕਰਨਾ ਜ਼ਿਆਦਾ ਬਿਹਤਰ ਹੈ, ਕਿਉਂਕਿ ਉਹ ਪ੍ਰਮਾਤਮਾ ਦੀ ਭਗਤੀ ਕਰ ਰਿਹਾ ਹੈ। ਉਸ ਤੋਂ ਬਾਅਦ ਹੈ ਭਗਤ ਰਵਿਦਾਸ ਨੇ ਬੇਗਮ ਸ਼ਹਿਰ ਦਾ ਸੁਪਨਾ, ਮਤਲਬ ਐਸਾ ਸ਼ਹਿਰ ਜਿਸ ਵਿੱਚ ਕੋਈ ਗਮ ਨਾ ਹੋਵੇ, ਕੋਈ ਦੁੱਖ ਨਾ ਹੋਵੇ, ਲੋਕਾਂ ਨੂੰ ਸਾਕਾਰ ਕਰਨ ਲਈ ਦਿੱਤਾ। ਬੇਗਮ ਸ਼ਹਿਰ, ਦੇਖੋ ਪੇਪਰ ਵਿੱਚ ਕਦੇ ਕੁਐਸਚਨ ਵੀ ਆ ਸਕਦਾ ਹੈ ਕਿ ਬੇਗਮ ਸ਼ਹਿਰ ਦਾ ਸੁਪਨਾ ਕਿਹੜੇ ਭਗਤ ਕਵੀ ਨੇ ਸਾਨੂੰ, ਸਾਡੇ ਸਮਾਜ ਨੂੰ ਦਿਖਾਇਆ ਹੈ। ਤਾਂ ਦੇਖੋ ਜੇ ਇਹ ਲੈਸਨ ਤੁਸੀਂ ਬੜੇ ਧਿਆਨ ਨਾਲ ਪੜ੍ਹਿਆ ਹੋਵੇਗਾ ਤਾਂ ਤੁਹਾਨੂੰ ਜ਼ਰੂਰ ਸਮਝ ਆ ਜਾਵੇਗਾ। ਤੁਸੀਂ ਫਟ ਤੁਸੀਂ ਲਿਖ ਦੋਗੇ, ਚਾਹੇ ਹੁਣ ਪੜ੍ਹੋਗੇ ਪਰ 10 ਸਾਲਾਂ ਬਾਅਦ ਵੀ ਇਹ ਕੁਐਸਚਨ ਯਾਦ ਰਹਿਣਾ ਹੈ। ਇਸ ਵਿੱਚ ਜੋ ਲੋਕ ਵਸਣਗੇ, ਮਤਲਬ ਅਜਿਹੇ ਸਮਾਜ ਦੇ ਵਿੱਚ ਜੋ ਬੇਗਮ ਸ਼ਹਿਰ ਹੈ, ਜੋ ਉਸ ਵਿੱਚ ਵਸੇਗਾ, ਉਹਨਾਂ ਨੂੰ ਕਿਸੇ ਤਰ੍ਹਾਂ ਦੇ ਕਲੇਸ਼ ਦਾ ਡਰ ਨਹੀਂ ਰਹੇਗਾ, ਕਿਸੇ ਪ੍ਰਕਾਰ ਦੇ ਕਲਹ ਦਾ। ਸਭ ਲੋਕ ਆਪਸ ਵਿੱਚ ਭਰਾਵਾਂ ਵਾਂਗ ਰਹਿਣਗੇ। ਭਗਤ रविदास जी लिखते हैं, ऐसा चाहूँ राज में जहाँ मिले सबन को अन्न, मतलब ऐसा समाज, ऐसा राज चाहिए है जिथे सब नूं अन्न मिले, कोई भुखा ना रहे, छोट बड़े सब संबस है, मतलब छोटा बड़े सब समान होन, रविदास रहे प्रसन्न। तो रविदास जी नूं बहुत खुशी होएगी। इस तरह भगत रविदास जी एक आदर्श समाज की सिरजना करना लोचते सन, लोचते मतलब चाहते सन। ये आदर्श समाज बेगमपुरा है ते इस विच उसकी रचना गुरु ग्रंथ साहिब विच दर्ज है। बेगमपुरा मतलब बिना गम तो पूरा समाज, शहर। गुरबाणी विच बेगमपुरे नूं सचखंड अबचल नगर, यानी कि उन्होंने जिहड़ा बाणी है ना, वो बाणी उन्होंने बेगमपुरा कहलाउंदी है। अबचल नगर, सौ दरू ते सौ घर, सौ दर ते सौ घर आदि नावां दे नाल याद किया गया है। ये अकाल पुरख का स्थान है, मतलब सच्चे परमात्मा का स्थान है, जिसनूं भगत रविदास वालों खुशहाल ते निरपक्ष समाज, धर्म निरपक्ष समाज का सिरजिया अलौकिक सुपना भी कहा जाता है, जो जुलम रहित समाज विच स्वैमान नाल जीवन जीण की प्रेरणा दिंदा है। बेगमपुरा शहर को नाऊ, दुख अंदो नहीं तिहु ठाहू, ना तस्वीस खिराजू ना माल, खौफ ना खता ना तरस जवा। भगत रविदास जी सिर्फ संत ही नहीं सन, राजगुरु भी सन, क्योंकि देश भर के वड्डे वड्डे राजे ते राणियां आप जी दे शिष्य बने। देखो कितना वड्डा क्वेश्चन कि राजगुरु क्यों सन, क्योंकि राजे राणी भी उन्हां दे शिष्य रहे हैं, उन्हां दे शागिर्द रहे हैं। उस तो बाद है रीवा दे राजा वीर सिंह देव बघेला, आप जी दे पुराने शिष्य सन। ते गागरोन दे राजा पीपा ते राजस्थान दे मेवाड़ दी महाराणी मीराबाई जी दे नाल नाल मेवाड़ दी राणी चाली आप दी श्रद्धालु बनी। आप मीराबाई दी बेनती ते चित्तौड़ विच ही रहन लगे ते उत्थे ही लम्मी उम्र भोग के ज्योति जो समा गए, अर्थात उत्थे ही इन्हां ने अपने प्राणां नूं त्याग्या। उस तो बाद है औखे शब्द हक हलाल, इसका अर्थ है हक की कमाई या मेहनत की कमाई। उदारता मतलब हलीमी या बहुत दयालुता। कुल्ली मतलब घर है, छोटी जी झोंपड़ी। कर्मकांड मतलब धार्मिक विधि विधान अनुसार किए जाने वाले काम। निर्गुण जिसदी कोई शारीरिक हस्ती ना हो, अर्थात जिसका कोई भी शरीर नहीं है, निराकार। स्वैमान इज्जत नाल। समकाली इक्को समय विच होना। फोकट मतलब झूठे। महिमा वडियाई। दुर्लभ जो आसानी नाल ना मिले। सबर संतोख जो मिल गया उसे विच खुश रहना, यानी सबर संतोख। उस तो बाद है प्रश्न उत्तर ਜਿਹੜੇ ਕਿ ਅਸੀਂ ਅੱਗੇ ਕੀਤੇ ਹਨ। ਹੁਣ ਥੋੜਾ ਜਿਹਾ ਬੁੱਕ ਵਰਕ ਵੇਖ ਲੈਂਦੇ ਹਾਂ। ਸਹੀ ਤੇ ਗਲਤ ਦੱਸਣੇ ਹਨ। ਭਗਤ ਰਵਿਦਾਸ ਜੀਆਂ ਦਾ ਜਨਮ ਰਾਜਸਥਾਨ ਵਿੱਚ ਹੋਇਆ, ਨਹੀਂ, ਗਲਤ। ਉਸ ਤੋਂ ਬਾਅਦ ਹੈ
ਭਗਤ ਰਵਿਦਾਸ ਜੀ ਦੇ ਬਚਪਨ ਵਿੱਚ ਕ੍ਰੋਧੀ ਸੁਭਾਅ ਸੀ? ਨਹੀਂ, ਉਹ ਤਾਂ ਬਹੁਤ ਉਦਾਰ ਤੇ ਨਰਮ ਸੁਭਾਅ ਵਾਲੇ ਸਨ। ਉਹਨਾਂ ਦੀ ਨਜ਼ਰ ਵਿੱਚ ਸ਼ੂਦਰ ਬ੍ਰਾਹਮਣ ਸਭ ਬਰਾਬਰ ਸਨ। ਬਿਲਕੁਲ ਸਹੀ। ਗੁਰੂ ਜੀ ਜਨਮ ਤੋਂ ਹੀ ਅਮੀਰ ਸਨ? ਨਹੀਂ, ਉਹ ਤਾਂ ਬਹੁਤ ਗਰੀਬ ਘਰ ਤੋਂ ਸਨ। ਗੁਰੂ ਗ੍ਰੰਥ ਸਭ ਤੋਂ ਵੱਡਾ ਧਨ ਉਹਨਾਂ ਦਾ ਸੀ ਕਿ ਉਹ ਸਬਰ ਸੰਤੋਖ ਵਾਲੇ ਸਨ। ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ 40 ਸ਼ਬਦ ਦਰਜ ਹਨ? ਬਿਲਕੁਲ ਸਹੀ, 16 ਰਾਗਾਂ ਦੇ ਵਿੱਚ। ਮੀਰਾਬਾਈ ਗੁਰੂ ਜੀ ਦੇ ਗੁਰੂ ਸਨ? ਨਹੀਂ, ਗੁਰੂ ਨਹੀਂ, ਸ਼ਿਸ਼। ਉਸ ਤੋਂ ਬਾਅਦ ਹੈ ਆਪ ਪਿਛਲੇ ਸਮੇਂ ਚਿਤੌੜ ਛੱਡ ਗਏ? ਗਲਤ, ਉੱਥੇ ਮੀਰਾਬਾਈ ਦੇ ਹੀ ਰਿਕੁਐਸਟ ਤੇ ਆਪ ਚਿਤੌੜ ਰਹਿਣ ਲੱਗੇ ਤੇ ਉੱਤੇ ਹੀ ਜੋਤੀ ਜੋਤ ਸਮਾਏ ਸਨ। ਠੀਕ, ਤੇ ਇਸ ਪ੍ਰਕਾਰ ਜਿਹੜੇ ਅਸੀਂ ਬਲੈਕ ਕਲਰ ਦੇ ਵਿੱਚ ਠੀਕ ਥਾਂ ਗਲਤ ਲਿਖੇ ਹਨ ਉਹ ਕਰਨੇ ਹਨ ਆਪਨੇ। ਉਸ ਤੋਂ ਬਾਅਦ ਅੱਗੇ ਵਧਦੇ ਹਾਂ। ਖਾਲੀ ਥਾਂ ਭਰੋ। ਗੁਰੂ ਜੀ ਦਾ ਮੰਨਣਾ ਸੀ ਕਿ ਸਾਰਾ ਸੰਸਾਰ ਇੱਕ ਹੈ, ਮਤਲਬ ਪੂਰਾ ਸੰਸਾਰ ਇੱਕ ਹੈ। ਉਸ ਡੈਸ਼ ਨੇ ਇਸ ਦੀ ਸਿਰਜਣਾ ਕਰਕੇ, ਉਸ ਡੈਸ਼ ਮਤਲਬ ਉਸ ਪਰਮਾਤਮਾ ਨੇ ਕੋਈ ਭੇਦ ਭਾਵ ਨਹੀਂ ਕੀਤਾ ਤੇ ਨਾ ਹੀ ਜਾਤ ਪਾਤ ਦੀ ਵੰਡ ਪਾਈ। ਜਦੋਂ ਇਸ ਸੰਸਾਰ ਦੀ ਸਾਜਨਾ ਕਰਨ ਵਾਲਾ ਇੱਕ ਹੈ ਤਾਂ ਫਿਰ ਵਰਨ, ਜਾਤ ਪਾਤ, ਰੰਗ, ਨਸਲ, ਅਮੀਰ ਗਰੀਬ, ਉੱਚੇ ਨੀਵੇਂ, ਛੂਤ ਛਾਤ ਦੀਆਂ ਹੱਦਾਂ ਸਭ ਵਿਅਰਥ ਹਨ। ਇਹ ਬਿਲਕੁਲ ਸਹੀ ਗੱਲ ਹੈ। ਆਓ ਹੁਣ ਅਸੀਂ ਵਾਕਾਂ ਵਿੱਚ ਵਰਤੋਂ ਤੇ ਪ੍ਰਸ਼ਨ ਉੱਤਰ ਦੇਖਦੇ ਹਾਂ। ਸਭ ਤੋਂ ਪਹਿਲਾਂ ਅਸੀਂ ਪ੍ਰਸ਼ਨ ਉੱਤਰ ਕਰਾਂਗੇ। ਗਰੀਬਾਂ ਪ੍ਰਤੀ ਰਵਿਦਾਸ ਜੀ ਦੀ ਭਾਵਨਾ ਕਿਹੋ ਜਿਹੀ ਸੀ? ਗਰੀਬਾਂ ਪ੍ਰਤੀ ਰਵਿਦਾਸ ਜੀ ਦੀ ਭਾਵਨਾ ਪਰਉਪਕਾਰੀ ਬਿਰਤੀ ਵਾਲੀ ਸੀ। ਬਹੁਤ ਉਪਕਾਰ ਕਰਨ ਵਾਲੇ ਸਨ ਉਹ ਦੂਜਿਆਂ ਤੇ। ਆਪ ਗਰੀਬਾਂ ਜੀ ਦੀ ਸੇਵਾ ਵਿੱਚ ਲੀਨ ਰਹਿੰਦੇ ਸਨ। ਆਪ ਜੀ ਨੂੰ ਜੋ ਕੁਝ ਵੀ ਘਰੋਂ ਮਿਲਦਾ ਉਸ ਨੂੰ ਗਰੀਬਾਂ ਵਿੱਚ ਵੰਡ ਦਿੰਦੇ ਸਨ। ਰਵਿਦਾਸ ਜੀ ਦੇ ਜਨਮ ਸਮੇਂ ਭਾਰਤੀ ਸਮਾਜ ਦੀ ਦਸ਼ਾ ਕਿਹੋ ਜਿਹੀ ਸੀ? ਰਵਿਦਾਸ ਜੀ ਦੇ ਜਨਮ ਸਮੇਂ ਭਾਰਤੀ ਸਮਾਜ ਜਾਤ ਪਾਤ, ਛੂਤ ਛਾਤ, ਰੰਗ ਨਸਲ ਵਿੱਚ ਵਿਸ਼ਵਾਸ ਕਰਦਾ ਸੀ। ਲੋਕ ਫੋਕਟ ਦੇ ਕਰਮ ਕਾਂਡਾਂ ਵਿੱਚ, ਮਤਲਬ ਫੋਕਟ ਮਤਲਬ ਝੂਠੇ, ਉਹਨਾਂ ਵਿੱਚ ਉਲਝੇ ਰਹਿੰਦੇ ਸਨ। ਤੀਜਾ ਹੈ ਗੁਰੂ ਜੀਆਂ ਨੇ ਕਿਹੜੀਆਂ ਸ਼ਕਤੀਆਂ ਦਾ ਵਿਰੋਧ ਕੀਤਾ? ਗੁਰੂ ਜੀ ਨੇ ਜਾਤ ਪਾਤ, ਛੂਆ ਛਾਤ, ਰੰਗ ਨਸਲ ਆਦਿ ਸ਼ਕਤੀਆਂ ਦਾ ਵਿਰੋਧ ਕੀਤਾ। ਉਹਨਾਂ ਨੇ ਝੂਠੇ ਕਰਮ ਕਾਂਡਾਂ ਦੀ ਜ਼ੋਰਦਾਰ ਨਿੰਦਿਆ ਕੀਤੀ, ਆਲੋਚਨਾ। ਚੌਥਾ ਪ੍ਰਸ਼ਨ ਹੈ ਰਵਿਦਾਸ ਜੀ ਦੀ ਗੁਰੂ ਨਾਨਕ ਜੀ ਨਾਲ ਭੇਟ ਕਦੋਂ ਹੋਈ? ਗੁਰੂ ਰਵਿਦਾਸ ਜੀ ਦੀ ਗੁਰੂ ਨਾਨਕ ਜੀ ਨਾਲ ਜਿਹੜਾ ਮਿਲਾਪ ਹੈ, ਭੇਂਟ ਹੈ, ਉਹ ਉਹਨਾਂ ਦੀ ਪੂਰਬ ਯਾਤਰਾ ਸਮੇਂ ਹੋਈ। ਜਦੋਂ ਕਿ ਕੁਝ ਵਿਦਵਾਨਾਂ ਦਾ ਕਹਿਣਾ ਹੈ ਭਗਤ ਰਵਿਦਾਸ ਜੀ ਦੀ ਭੇਂਟ ਅਯੋਧਿਆ ਵਿੱਚ ਹੋਈ ਤੇ ਕੁਝ ਇਹ ਵੀ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੀ ਤੇ ਗੁਰੂ ਰਵਿਦਾਸ ਜੀ ਦਾ ਜਿਹੜਾ ਮਿਲਾਪ ਹੈ ਉਹ ਕਾਸ਼ੀ ਵਿਖੇ ਹੋਇਆ। ਪੰਜਵਾਂ ਪ੍ਰਸ਼ਨ ਹੈ ਰਵਿਦਾਸ ਜੀ ਨੇ ਸਭ ਤੋਂ ਵੱਧ ਮਹਿਮਾ ਕਿਸ ਦੀ ਕੀਤੀ ਹੈ? ਸਭ ਜਾਣਦੇ ਹਨ, ਮਨੁੱਖੀ ਜਨਮ ਦੀ, ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਮਨੁੱਖਾ ਜਨਮ ਬਹੁਤ ਦੁਰਲਭ ਹੈ। ਦੁਰਲਭ ਦਾ ਅਰਥ ਹੁੰਦਾ ਹੈ ਬੜੀ ਮੁਸ਼ਕਿਲ ਨਾਲ ਮਿਲਣ ਵਾਲਾ। ਬਹੁਤ ਸਾਰੀਆਂ ਜੂਨਾਂ ਜਿਹੜੀਆਂ ਨੇ ਅਸੀਂ ਬਿਤਾ ਕੇ ਫਿਰ ਮਨੁੱਖੀ ਜਨਮ ਪ੍ਰਾਪਤ ਕਰਦੇ ਹਾਂ, ਪਰੰਤੂ ਅਸੀਂ ਮੋਹ ਮਾਇਆ ਦੇ ਵਸ ਉਸ ਨੂੰ ਵੀ ਐਵੇਂ ਹੀ ਗਵਾ ਦਿੰਦੇ ਹਾਂ। ਉਸ ਤੋਂ ਬਾਅਦ ਹੈ ਗੁਰੂ ਜੀ ਨੇ ਕਿਹੜੇ ਰਾਜੇ ਤੇ ਰਾਣੀਆਂ ਉਹਨਾਂ ਦੇ ਸ਼ਿਸ਼ਯ ਰਹੇ? ਇਸ ਦਾ ਸਹੀ ਅਰਥ ਹੈ ਰੀਵਾ ਦਾ ਰਾਜਾ ਵੀਰ ਸਿੰਘ ਬਘੇਲਾ, ਦੂਜਾ ਹੈ ਗਾਗਰੋਨ ਦਾ ਰਾਜਾ ਪੀਪਾ, ਫਿਰ ਮੇਵਾੜ ਦੀ ਰਾਣੀ ਮੀਰਾਬਾਈ ਤੇ ਰਾਣੀ ਚਾਲੀ। ਇਹ ਭਗਤ ਰਵਿਦਾਸ ਜੀ ਦੇ ਸ਼ਿਸ਼ਯ ਰਹੇ। ਇਸੇ ਲਈ ਕਰਕੇ ਇਹ ਤੁਸੀਂ ਲਾਈਨ ਲਿਖ ਸਕਦੇ ਹੋ। ਇਸੇ ਕਰਕੇ ਗੁਰੂ ਮਤਲਬ ਰਵਿਦਾਸ ਜੀ ਨੂੰ, ਭਗਤ ਰਵਿਦਾਸ ਜੀ ਨੂੰ ਰਾਜਗੁਰੂ ਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਹੈ ਵਾਕਾਂ ਵਿੱਚ ਵਰਤੋਂ। ਮਤਭੇਦ। ਰਵਿਦਾਸ ਜੀ ਦੇ ਮਾਤਾ ਪਿਤਾ ਦੇ ਨਾਵਾਂ ਨੂੰ ਲੈ ਕੇ ਵਿਦਵਾਨਾਂ ਵਿੱਚ ਮਤਭੇਦ ਹਨ। ਲੀਨ। ਕਬੀਰਦਾਸ ਜੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ। ਜਾਤ ਪਾਤ। ਸਾਨੂੰ ਕਿਸੇ ਨਾਲ ਜਾਤ ਪਾਤ ਦਾ ਵਿਤਕਰਾ ਨਹੀਂ ਕਰਨਾ ਚਾਹੀਦਾ। ਕਰਮਕਾਂਡ। ਸਾਨੂੰ ਫੋਕਟ ਕਰਮ ਕਾਂਡਾਂ ਤੋਂ ਬਚਣਾ ਚਾਹੀਦਾ ਹੈ। ਉਦਾਰਤਾ ਸੰਤਾਂ ਦੇ ਸੁਭਾਅ ਦਾ ਸਭ ਤੋਂ ਮੁੱਖ ਗੁਣ ਹੁੰਦਾ ਹੈ। ਸਾਜਨਾ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਬੇਅਰਥ। ਫੋਕੇ ਕਰਮਕਾਂਡ ਪ੍ਰਭੂ ਭਗਤੀ ਲਈ ਬੇਅਰਥ ਹਨ। ਇਹਨਾਂ ਦੇ ਕੋਈ ਅਰਥ, ਕੋਈ ਮਾਇਨੇ ਨਹੀਂ ਹਨ। ਬਰਾਬਰ। ਇੱਥੇ ਤੁਸੀਂ ਆਪਣੇ ਕੋਲੋਂ ਵੀ ਬਣਾ ਸਕਦੇ ਹੋ। ਪਰਮਾਤਮਾ ਦੀ ਨਜ਼ਰ ਅੱਗੇ ਸਾਰੇ ਮਨੁੱਖ ਜਿਹੜੇ ਨੇ ਉਹ ਬਰਾਬਰ ਨੇ। ਇਸ ਦੇ ਨਾਲ ਹੀ ਪਿਆਰੇ ਬੱਚਿਓ ਸਾਡਾ ਅੱਜ ਦਾ ਇਹ ਪਾਠ, ਇਸ ਦੇ ਪ੍ਰਸ਼ਨ ਉੱਤਰ, ਵਾਕ, ਬੁੱਕ ਪਾਠ ਸਭ ਕੁਝ ਸਮਾਪਤ ਹੁੰਦਾ ਹੈ। ਨਾਲ ਹੀ ਅਸੀਂ ਆਪਣੀ ਵੀਡੀਓ ਵੀ ਇੱਥੇ ਹੀ ਸਮਾਪਤ ਕਰਦੇ ਹਾਂ। ਛੇਤੀ ਹੀ, ਇਸ ਉਮੀਦ ਨਾਲ ਕਿ ਜਲਦੀ ਹੀ ਅਸੀਂ ਇੱਕ ਨਈ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ। ਰੱਬ ਰਾਖਾ।